हम न सकत कर सिफत तुम्हारी। आपने हो तुम कथा सुधारी। चौपई इन्हें जट ने तख्त पढ़ाए, इन्हें जट हथ शाह कर आए। वाहिगुरु जी का खालसा, वाहिगुरु जी की फतेह। गुरु की सच निवाजी गुरु खालसा संगत जीवन भागे हो। ਸਾਹਿਬਾਂ ਦੀ ਗੋਦ ਆਪ ਜੀ ਨੂੰ ਪ੍ਰਾਪਤ ਹੋ ਰਹੀ ਹੈ। ਖਾਲਸੇ ਦੇ ਇਤਿਹਾਸ ਦੇ ਨਾਲ ਜੁੜਨ ਕਰੀਏ। ਲੜੀ ਨੂੰ ਜੋੜਦਿਆਂ ਆਪ ਜੀ ਸਰਵਣ ਕਰ ਰਹੇ ਹੋ ਕਿ ਅਬਦਾਲੀ ਜਿਹੜਾ ਹੈ ਉਹ ਨਜ਼ੀਮ ਖਾਨ ਰੁਹੇਲੇ ਦੀ ਮਦਦ ਵਾਸਤੇ ਅੱਗੇ ਤਾਂ ਵਧਣਾ ਚਾਹੁੰਦਾ ਹੈ, ਪਰ ਜਦੋਂ ਖਾਲਸੇ ਦਾ ਪਤਾ ਲੱਗਾ ਕਿ ਉਹ ਜਵਾਹਰ ਮਲ ਦੇ ਨਾਲ ਖਾਲਸਾ ਰਲ ਗਿਆ ਹੈ, ਹੋਰ ਬੇਅੰਤ ਪਹਾੜੀ ਫੌਜਾਂ, ਰਾਜਪੂਤ, ਮਰਹੱਟੇ ਜਿਹੜੇ ਨੇ ਜਵਾਹਰ ਮਲ ਦਾ ਸਾਥ ਦੇ ਰਹੇ ਨੇ, ਇਹ ਤਾਂ ਇੱਕ ਦਿਨ ਦੇ ਵਿੱਚ ਜਿਹੜਾ ਸੀ ਉਹ ਕਈ ਮੀਲਾਂ ਤੱਕ ਸਫ਼ਰ ਤੈਅ ਕਰ ਜਾਂਦਾ ਸੀ। ਪਰ ਹੁਣ ਜੰਡਿਆਲੇ ਤੋਂ ਚੱਲਿਆ ਅਤੇ ਬੜਾ ਰੁਕ ਕੇ ਜਿਹੜਾ ਹੈ ਥੋੜ੍ਹਾ ਚੱਲਦਾ ਹੈ ਅਤੇ ਜ਼ਿਆਦਾ ਰੁਕਦਾ ਹੈ, ਅਤੇ ਹੌਲੀ ਹੌਲੀ ਕਰਦਿਆਂ ਇਹ ਅੰਬਾਲੇ ਦੀ ਧਰਤੀ ਤੱਕ ਪਹੁੰਚ ਗਿਆ। ਉੱਧਰ ਨਜ਼ੀਮ ਖਾਨ ਰੁਹੇਲਾ ਇਸ ਗੱਲ ਤੋਂ ਜਾਣੂ ਹੋ ਗਿਆ ਕਿ ਹੁਣ ਸ਼ਾਹ ਜਿਹੜਾ ਹੈ ਮੇਰੀ ਮਦਦ ਵਾਸਤੇ ਜਿਹੜਾ ਹੈ ਬੋੜੀ ਨਹੀਂ ਕਰੇਗਾ। ਸਿੱਖ ਸਰਦਾਰ ਅਬਦਾਲੀ ਨਾਲ ਦੋ ਹੱਥ ਕਰਨ ਵਾਸਤੇ ਤਿਆਰ ਨੇ। ਇੱਧਰ ਜਵਾਹਰ ਮਲ ਵੀ ਆਪਣੀ ਪੂਰੀ ਤਿਆਰੀ ਦੇ ਨਾਲ ਬੈਠਾ ਹੋਇਆ ਹੈ, ਅਤੇ ਦੂਜੇ ਪਾਸੇ ਨਜ਼ੀਮ ਖਾਨ ਰੁਹੇਲਾ ਜਿਹੜਾ ਹੈ ਮਰਹੱਟਿਆਂ ਦਾ ਇੱਕ ਸਰਦਾਰ ਸੀ, ਜਿਹਨੂੰ ਜਵਾਹਰ ਮਲ ਦੇ ਪਿਤਾ ਅਤੇ ਤੁਰਕਾਂ ਨੇ ਰਲ ਕੇ ਮਾਰਿਆ ਸੀ। ਹੁਣ ਉਹ ਜਿਹੜਾ ਜਵਾਹਰ ਮਲ ਦਾ ਬਦਲਾ ਜਿਹੜਾ ਹੈ ਉਹ ਨਜ਼ੀਮ ਖਾਨ ਰੁਹੇਲੇ ਦੇ ਨਾਲ ਹੈ, ਅਤੇ ਨਜ਼ੀਮ ਖਾਨ ਰੁਹੇਲਾ ਹੁਣ ਪਾੜ ਪਾਉਣ ਲੱਗਾ ਹੈ। ਕਿਹਨਾਂ ਦੇ ਵਿੱਚ? ਜਵਾਹਰ ਮਲ ਦੇ ਵਿੱਚ ਅਤੇ ਨਾਲ ਮਰਹੱਟਿਆਂ ਦੇ ਨਾਲ। ਹੁਣ ਉਹ ਕਥਾ ਅੱਗੇ ਚੱਲਣੀ ਹੈ, ਜਿਹਦੇ ਵਿੱਚ ਮਰਹੱਟੇ ਜਿਹੜੇ ਨੇ ਉਹ ਜਵਾਹਰ ਮਲ ਤੋਂ ਅਲੱਗ ਕਰ ਦੇਣੇ ਨੇ, ਅਤੇ ਉਪਰੰਤ ਕੀ ਬਣਦਾ ਹੈ ਇਸ ਕਥਾ ਦਾ ਉਹ ਆਓ ਆਪਾਂ ਸਰਵਣ ਕਰੀਏ। ਬੜੀ ਸੁੰਦਰ ਗਾਥਾ ਹੈ। ਦੇਵ ਅਸੀਸ ਅੱਖ ਨ ਕਰੋ ਸਤਨਾਮ ਸ੍ਰੀ ਵਾਹਿ, ਫਿਰ ਕਰੋ ਕਿਰਪਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਨ੍ਹਾਂ ਜੱਟ ਨੇ ਤਖਤ ਪੜਾਏ। ਨਜ਼ੀਬ ਖਾਨ ਰੁਹੇਲਾ ਕਹਿਣ ਲੱਗਾ ਕਿ ਇਹ ਮਰਹੱਟਿਓ ਦੇਖੋ, ਤੁਸੀਂ ਇਹਦੇ ਨਾਲ ਰਲ ਤੇ ਗਏ ਹੋ, ਪਰ ਇਹ ਜੱਟ ਜਿਹੜਾ ਹੈ ਨਾ ਇਹਨੇ ਤਖਤ ਦਿੱਲੀ ਦਾ ਅਤੇ ਇੱਧਰ ਕਹਿ ਲਈਏ ਕਾਬੁਲ ਕੰਧਾਰ ਦਾ ਤਖਤ, ਇਹ ਦੋਵਾਂ ਸ਼ਾਹਾਂ ਨੂੰ ਆਪਸ ਦੇ ਵਿੱਚ ਲੜਾ ਦਿੱਤਾ ਸੀ। ਇੱਕ ਸਮਾਂ ਇਹੋ ਜਿਹਾ ਆਇਆ ਸੀ। ਇਹ ਜੱਟ ਬੜਾ ਜਿਹੜਾ ਹੈ ਖਤਰਨਾਕ ਹੈ। ਇਨ੍ਹਾਂ ਜੱਟ ਹੱਥ ਸ਼ਾਹ ਕਰ ਆਏ। ਇਹਦੇ ਕਰਕੇ ਹੀ ਜਿਹੜਾ ਸ਼ਾਹ ਸੀ ਨਾ ਉਹ ਭਾਰਤ ਦੇ ਵਿੱਚ ਆਇਆ ਸੀ। ਕਾਰਨ ਕੀ? ਇਸ ਜੱਟ ਨੇ ਹੀ ਜਿਹੜਾ ਸੀ ਨਾ ਤੁਹਾਡਾ ਭਾਊ ਮਰਵਾਇਆ ਸੀ, ਅਤੇ ਨਾਲ ਇਹਨੇ ਜਿਹੜਾ ਸੀ ਸ਼ਾਹ ਨੂੰ ਉਦੋਂ ਬੁਲਾਇਆ ਸੀ। ਇਸ ਕਰਕੇ ਸ਼ਾਹ ਦਾ ਆਉਣਾ ਵੀ ਇਹੀ ਕਾਰਨ ਬਣਦਾ ਹੈ। ਜੋਗ ਭੋਗ ਇਨ ਕੱਢ ਲਿਓ। ਅਤੇ ਜਿਹੜੇ ਆਪਣੇ ਸ਼ਾਹ ਦੇ ਦੋ ਘੋੜੇ ਸਨ, ਜੋਰਾ ਅਤੇ ਭੋਰਾ, ਉਹ ਵੀ ਇਹਨਾਂ ਜੱਟਾਂ ਨੇ ਜਿਹੜਾ ਸੀ ਨਾ ਬੜੀ ਚਲਾਕੀ ਦੇ ਨਾਲ ਸ਼ਾਹ ਦੇ ਕੋਲੋਂ ਖੋਹ ਲਿਆਂਦੇ ਸਨ। ਮਾਲ ਪਾਤਸ਼ਾਹੀ ਇਨ ਜੱਟ ਭਜਿਓ। ਅਤੇ ਜਿਹੜਾ ਸ਼ਾਹ ਸ਼ਮਿਆਨਾ ਸੀ, ਭਾਵ ਗਹਿਣਾ ਗੱਟਾ ਸੀ ਆਦਿ ਕਮਾਲ, ਉਹ ਵੀ ਪਾਤਸ਼ਾਹ ਦਾ ਇਹਨਾਂ ਨੇ ਆਗਰੇ ਦੇ ਵਿੱਚੋਂ ਉਸ ਸਮੇਂ ਖੋਹ ਲਿਆ ਸੀ। ਯਹੀ ਜੱਟ ਹੈ ਬੁਰੀ ਬਲਾਏ। ਆਂਦੇ 100 ਗੱਡੇ ਉਦੋਂ ਜਿਹੜੇ ਸਨ ਇਹਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਏ ਸੀ। ਇਸ ਕਰਕੇ ਮੈਂ ਤੁਹਾਨੂੰ ਮਰਹੱਟਿਓ ਇਸ ਗੱਲ ਦੀ ਸੋਝੀ ਦੇਣਾ ਚਾਹੁੰਦਾ ਏ ਕਿ ਇਹ ਜੱਟ ਜਿਹੜਾ ਹੈ ਨਾ ਬੜੀ ਬੁਰੀ ਬਲਾ ਹੈ। ਭਾਵ ਜਵਾਹਰ ਮਲ ਵੱਲ ਇਸ਼ਾਰਾ ਹੈ। ਮਦਕਤ ਆਵੇ ਸ਼ਾਹ ਭਜਾਏ। ਕਿਤੇ ਇਹ ਨਾ ਹੋਵੇ ਕਿ ਹੁਣ ਇਹ ਅਬਦਾਲੀ ਨੂੰ ਭਜਾ ਕਰਕੇ ਤੇ ਬਾਅਦ ਚੋਂ ਜਿਹੜਾ ਹੈ ਸਾਡੇ ਉੱਤੇ ਹਾਵੀ ਹੋ ਜਾਵੇ। ਫਿਰ ਦਿੱਲੀ ਲਿਓ ਤੁਰਤ ਮਾਰ। ਤੇ ਜਦੋਂ ਇਹਨੇ ਸ਼ਾਹ ਨੂੰ ਭਜਾ ਦਿੱਤਾ ਤੇ ਇਹ ਬੜਾ ਜਿਹੜਾ ਹੈ ਸ਼ਾਹ ਜਿਹੜਾ ਹੈ ਬੜਾ ਹੀ ਬਲਵਾਨ ਹੈ। ਇਸ ਕਰਕੇ ਇਹ ਬੁਰੀ ਬਲਾ ਜਿਹੜੀ ਜੱਟ ਹੈ, ਜਦੋਂ ਇਹਨੇ
ਦਿੱਲੀ ਨੂੰ ਫਤਿਹ ਕਰ ਲਿਆ ਤੇ ਸਾਡੇ ਵੱਲ ਵੀ ਜਿਹੜਾ ਜ਼ਰੂਰ ਆਵੇਗਾ। ਦੇਵੈ ਹਿੰਦੂ ਯਹ ਦੀਨ ਉਠਾਰ। ਇਹਨੇ ਕਸਮ ਖਾਧੀ ਹੋਈ ਹੈ ਕਿ ਦੀਨ ਜਿਹੜੇ ਹਨ, ਭਾਵ ਜਿੰਨੇ ਗਿਲਜੇ ਹਨ, ਪਠਾਨ ਤੁਰਕ ਜਿਹੜੇ ਨੇ, ਉਹ ਮੈਂ ਹਿੰਦੁਸਤਾਨ ਦੇ ਵਿੱਚੋਂ ਬਾਹਰ ਕੱਢ ਦੇਵਾਂਗਾ। ਤੇ ਮਨ ਦੇ ਵਿੱਚ ਇਸ ਤਰ੍ਹਾਂ ਸੋਚਦਾ ਨਜੀਬ ਖਾਨ ਰੁਹੇਲਾ ਕਿ ਹੁਣ ਕੋਈ ਇੱਥੇ ਚਾਲ ਖੇਡੀ ਜਾਵੇ, ਕੋਈ ਜਿਹੜਾ ਹੈ ਸਿਆਸਤ ਦਾ ਦਾ ਪੇਚ ਜਿਹੜਾ ਹੈ ਖੇਡ ਲਿਆ ਜਾਵੇ। ਇਸ ਤਰ੍ਹਾਂ ਇਹ ਮਨ ਦੀਆਂ ਵਿਚਾਰਾਂ ਜਿਹੜੀਆਂ ਨੇ ਰੁਹੇਲਿਆਂ ਦੇ ਨਾਲ ਪ੍ਰਗਟਾਉਣ ਵਾਸਤੇ ਕਰ ਰਿਹਾ ਹੈ। ਹੁਣ ਕਿਹੜਾ ਦਾ ਪੇਚ ਹੈ ਉਹ ਸੁਣੋ ਜੀ। ਸਾਮ ਦਾਮ ਦੰਡ ਭੇਦ ਸੋ ਹੈ। ਗੁਰੂ ਕੀ ਸੰਗਤ ਜੀ, ਜਿਹੜੀ ਸਿਆਸਤ ਹਨ, ਸਿਆਸਤ ਦੇ ਵਿੱਚ ਚਾਰ ਚੀਜ਼ਾਂ ਬੜੀਆਂ ਮੁਕੰਮਲ ਗਿਣੀਆਂ ਗਈਆਂ ਨੇ। ਇੱਕ ਸ਼ਾਮ, ਇੱਕ ਦਾਮ, ਇੱਕ ਦੰਡ ਤੇ ਇੱਕ ਭੇਦ। ਸ਼ਾਮ ਦੇ ਅਰਥ ਹਨ ਜਾਂ ਤਾਂ ਦੁਸ਼ਮਣ ਜਿਹੜਾ ਹੈ ਉਹ ਆਪਣੇ ਹੱਥ ਖੜੇ ਕਰ ਦੇਵੇ ਤੇ ਸ਼ਰਨ ਜਿਹੜੀ ਹੈ ਉਹ ਦੂਸਰੇ ਦੀ ਕਬੂਲ ਕਰ ਲਵੇ। ਫਿਰ ਆਉਂਦਾ ਹੈ ਦਾਮ, ਜਾਂ ਫਿਰ ਪੈਸਾ ਦੇ ਕਰਕੇ ਜਿਹੜਾ ਹੈ ਆਪਣੀ ਹਾਰ ਜਿਹੜੀ ਹੈ ਉਹ ਮੰਨ ਲਵੇ ਤੇ ਆਪਣੀ ਜਾਨ ਬਚਾ ਲਵੇ। ਜਾਂ ਫਿਰ ਤੀਜਾ ਹੈ ਡੰਡ, ਤੇ ਜਾਂ ਫਿਰ ਉਹਨੂੰ ਸ਼ਸਤਰ ਦੇ ਨਾਲ ਜਿਹੜਾ ਹੈ ਸੋਧਾ ਲਾ ਕਰਕੇ ਤੇ ਆਪਣਾ ਬੰਦੀ ਬਣਾ ਲਿਆ ਜਾਵੇ। ਤੇ ਚੌਥਾ ਹੈ ਭੇਦ, ਕਿ ਉਸ ਫੌਜ ਦੇ ਵਿੱਚ, ਦੁਸ਼ਮਣ ਦੀ ਫੌਜ ਦੇ ਵਿੱਚ ਆਪਣੇ ਜਿਹੜੇ ਸੂਈਏ ਛੱਡ ਦਿੱਤੇ ਜਾਣ ਤੇ ਫਿਰ ਸੂਈਏ ਛੱਡ ਕੇ ਉੱਥੋਂ ਦਾ ਭੇਦ ਲੈ ਕਰਕੇ ਉਹਨਾਂ ਦੀਆਂ ਨੈਗੇਟਿਵ ਗਤੀਵਿਧੀਆਂ ਜਿਹੜੀਆਂ ਨੇ ਵਾਚ ਕਰਕੇ ਉਹਨਾਂ ਵਿੱਚ ਪਾੜ ਪਾ ਦਿੱਤਾ ਜਾਵੇ। ਤੇ ਜਦੋਂ ਪਾੜ ਪਾ ਦਿੱਤਾ ਜਾਵੇਗਾ ਉਦੋਂ ਫਿਰ ਉਹ ਧਿਰ ਜਿਹੜੀ ਹੈ ਆਪਣੇ ਆਪ ਅੰਦਰੋਂ ਕਮਜ਼ੋਰ ਹੋ ਜਾਂਦੀ ਹੈ। ਬਸ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਭਾਗ ਧਿਆਨ ਸਿੰਘ ਡੋਗਰਿਆਂ ਦੇ ਹੱਥਾਂ ਦੇ ਵਿੱਚ ਜਦੋਂ ਆਉਂਦਾ ਹੈ, ਬਸ ਪਾੜ ਹੀ ਸੀ ਕਿ ਪੰਜਾਬ ਜਿਹੜਾ ਸੀ ਖੁੱਸ ਗਿਆ ਸੀ। ਉਹ ਪਾੜ ਦੀ ਗੱਲ ਕੀਤੀ ਹੈ, ਦਾਮ ਦੀ ਗੱਲ ਕੀਤੀ ਹੈ, ਦੰਡ ਦੀ ਗੱਲ ਕੀਤੀ ਹੈ, ਸ਼ਾਮ ਦੀ ਭਾਵ ਸ਼ਰਮ ਦੀ ਗੱਲ ਕੀਤੀ ਹੈ। ਇਹ ਰਾਜਨੀਤੀ ਦੇ ਚਾਰ ਮੁੱਖ ਪ੍ਰਕਰਮ ਹਨ, ਜਿਨ੍ਹਾਂ ਦੇ ਵਿੱਚੋਂ ਕੋਈ ਇੱਕ ਵੀ ਅਜ਼ਮਾ ਲਿਆ ਜਾਵੇ ਤੇ ਰਾਜਨੀਤੀ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਨੇ ਸਫਲ ਹੋ ਜਾਂਦੇ ਨੇ। ਕਿ ਕਈ ਵਾਰ ਸੋਚਣ ਲਈ ਮਜਬੂਰ ਹੋ ਜਾਂਦਾ ਹੈ, ਵਾਹਿਗੁਰੂ ਮਜਬੂਰ ਹੋ ਜਾਈਦਾ ਹੈ। ਜੋ ਧਰਮ ਦੇ ਉੱਤੇ ਰਾਜਨੀਤੀ ਮੇਰੇ ਪਾਤਸ਼ਾਹ ਨੇ ਕਾਇਮ ਕੀਤੀ, ਮੀਰੀ ਤੇ ਪੀਰੀ ਦਾ ਸਿਧਾਂਤ, ਉਹਦੇ ਵਿੱਚ ਇਸ ਤਰ੍ਹਾਂ ਸੀ ਕਿ ਪੀਰੀ ਉੱਚੀ ਸੀ ਤੇ ਮੀਰੀ ਨੀਵੀਂ ਸੀ। ਪਰ ਅੱਜ ਧਰਮ ਦੇ ਵਿੱਚ ਕੀ ਹੋ ਗਿਆ, ਅੱਜ ਧਰਮ ਨੀਵਾਂ ਜਾ ਰਿਹਾ ਹੈ ਤੇ ਸਿਆਸਤ ਨੇ ਜਿਹੜੀ ਹੈ ਆਪਣੀ ਰੰਗਤ ਬਦਲ ਕੇ ਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ। ਉਹ ਕਿਸੇ ਵੀ ਘਰਾਣੇ ਦੇ ਵਿੱਚੋਂ ਤੁਸੀਂ ਲੈ ਲਵੋ, ਇੱਕ ਗਰੀਬ ਮਜ਼ਦੂਰ ਤੋਂ ਲੈ ਕਰਕੇ ਇੱਕ ਸ਼ਾਹ ਬਹਾਦਰ ਤੱਕ ਲੈ ਚਲੇ ਜਾਓ, ਸਿਆਸਤ ਹੀ ਜਿਹੜੀ ਹੈ ਇੱਕ ਦੂਜੇ ਨੂੰ ਮਰਵਾ ਰਹੀ ਹੈ। ਉਹ ਕੋਈ ਵੀ ਧਰਮ ਹੋਵੇ, ਉਪਦੇਸ਼ ਚਹੁ ਵਰਨਾ ਕੋ ਸਾਂਝਾ, ਉਹ ਆਂਦੇ ਸਿਆਸਤ ਦੇ ਚਾਰ ਅੰਗ ਹਨ ਜੀ। ਉਦੋਂ ਮਰਹਟੇ ਗਇਓ ਮਲਾਰ। ਆਂਦੇ ਇੱਕ ਮਲਾਰ ਰਾਓ ਨਾਮ ਦਾ ਮਰਹੱਟਾ ਸੀ, ਜਿਹੜਾ ਜਵਾਹਰ ਮਲ ਦੀ ਮਦਦ ਵਾਸਤੇ ਆਇਆ ਹੋਇਆ ਸੀ। ਜਿਨ ਸੰਗ ਘੋੜੀ 60,000, ਜਿਹਨੇ ਆਪਣੇ ਨਾਲ 60,000 ਘੋੜ ਸਵਾਰ ਫੌਜ ਲਿਆਂਦੀ ਸੀ। ਰੁਹੇਲੇ ਕੋ ਉਹਨੇ ਕਹਿਓ ਤੋ ਭਾਈ। ਇੱਕ ਸਮੇਂ ਥਾ ਕਿ ਜਦੋਂ ਨਜੀਬ ਖਾਨ ਰੁਹੇਲੇ ਨੇ ਇਹਨੂੰ ਜਿਹੜਾ ਸੀ ਆਪਣੀ ਮਦਦ ਵਾਸਤੇ ਸੱਦਿਆ ਸੀ, ਤੇ ਉਸ ਸਮੇਂ ਜਦੋਂ ਮਰਹੱਟੇ ਨੇ ਨਜੀਬ ਖਾਨ ਰੁਹੇਲੇ ਦੀ ਮਦਦ ਕੀਤੀ ਸੀ, ਇਹਨੇ ਮਰਾਓ ਰਾਓ ਨੇ, ਤੇ ਉਦੋਂ ਇਹ ਦੋਵੇਂ ਆਪਸ ਦੇ ਵਿੱਚ ਨਾ ਪੱਗ ਵੱਟ ਭਰਾ ਬਣ ਗਏ ਸੀ। ਆਂਦਾ ਕਿ ਤੂੰ ਮੇਰਾ ਜਿਹੜਾ ਹੈ ਪੱਗ ਵੱਟ ਭਰਾ ਹੈ। ਵਕਤ ਭਾਉ ਵੀ ਭਗ ਬਦਲਾਈ। ਕਹਿਣ ਲੱਗਾ ਮਲਾਰ ਰਾਓ ਚੇਤੇ ਕਰ, ਆਪਾਂ ਆਪਸ ਦੇ ਵਿੱਚ ਕਸਮਾਂ ਖਾਧੀਆਂ ਹੋਈਆਂ ਨੇ, ਅਸੀਂ ਆਪਸ ਦੇ ਵਿੱਚ ਵਾਅਦੇ ਕੀਤੇ ਹੋਏ ਨੇ, ਹੱਥ ਮਿਲਾਏ ਹੋਏ ਨੇ, ਆਪਾਂ ਪੱਗਾਂ ਵਟਾਈਆਂ। ਮੇਰੇ ਯਾਰ ਤੈਨੂੰ ਚੇਤਾ ਭੁੱਲ ਗਿਆ? ਤੂੰ ਅੱਜ ਜਵਾਹਰ ਮਲ ਦੀ ਮਦਦ ਕਰਨ ਵਾਸਤੇ ਆ ਗਿਆ। ਤੇਰਾ ਭਰਾ ਜਿਹੜਾ ਹੈ ਕੈਦ ਦੇ ਵਿੱਚ ਹੈ, ਤੇਰੇ ਭਰਾ ਨੂੰ ਬਿਪਤਾ ਪਈ ਹੈ, ਤੇ ਇਸ ਬਿਪਤਾ ਦੇ ਵੇਲੇ ਪੱਗ ਵੱਟ ਭਰਾ ਕੰਮ ਨਾ ਆਵੇ ਤੇ ਕਦੋਂ ਆਉਣਾ? ਹੁਣ ਇਹ ਮਲਾਰ ਰਾਓ ਨੂੰ ਜਿਹੜਾ ਹੈ ਨਾ ਉਕਸਾ ਰਿਹਾ ਹੈ ਵੀ ਇਹ ਮਲਾਰ ਰਾਓ ਜਿਹੜਾ ਹੈ ਜਵਾਹਰ ਮਲ ਨਾਲੋਂ ਆਪਣਾ 60,000 ਫੌਜ ਜਿਹੜੀ ਹੈ ਪਿੱਛੇ ਕਰ ਲਵੇ, ਮੈਂ ਕਿਸੇ ਤਰ੍ਹਾਂ ਜਿਹੜਾ ਹੈ ਉਹ ਬਚ ਜਾਵਾਂ। ਕਿਉਂਕਿ ਸ਼ਾਹ ਜਿਹੜਾ ਹੈ ਉਹ ਆਉਣ ਨੂੰ ਤਿਆਰ ਨਹੀਂ, ਅੱਗੇ ਜਾਨ ਤੇ ਕਿਸੇ ਪਾਸੇ ਬਚਾਉਣੀ ਹੈ। ਇਸ ਕਰਕੇ ਕਹਿੰਦਾ ਵੇਖ ਅਸੀਂ ਪੱਗ ਬਦਲਾਈ ਹੈ। ਸੋ ਉਸ ਪੈ ਉਹਨੇ ਕੱਲੇ ਵਕੀਲ। ਇਸ ਗੱਲ ਨੂੰ ਸੋਚਦਿਆਂ ਹੋਇਆ ਉਹਨੇ ਮਲਾਰ ਰਾਓ ਵੱਲ ਨਜੀਬ ਰਾਓ ਰੁਹੇਲੇ ਨੇ ਜਿਹੜਾ ਹੈ ਆਪਣਾ ਵਕੀਲ ਭੇਜਿਆ ਹੈ ਜੀ। ਭਇਓ ਜੱਟ ਹੋ ਤੂੰ ਵਕੀਲ। ਕਹਿਣ ਲੱਗੇ ਉਹ ਜਿਹੜਾ ਜੱਟ ਹੈ ਨਾ, ਉਹ ਨਜੀਬ ਖਾਨ ਕਹਿਣ ਲੱਗਾ ਤੁਸੀਂ ਜਵਾਹਰ ਮਲ ਜੱਟ ਦੀ ਮਦਦ ਤੇ ਹੋ,
ਤੇ ਦੇਖੋ ਜੱਟ ਜਿਹੜਾ ਹੈ ਉਹ ਬੜਾ ਸ਼ਰਾਰਤੀ ਹੈ। ਪਹਿਲਾਂ ਉਹਨੇ ਛਾਹ ਨੂੰ ਭਜਾਉਣਾ ਤੇ ਫਿਰ ਤੁਹਾਨੂੰ ਵੀ ਉਹਨੇ ਇੱਥੇ ਨਹੀਂ ਰਹਿਣ ਦੇਣਾ। ਦੋਹਰਾ ਇਨੈ ਸ਼ਾਹ ਜੋ ਕੱਢ ਦਇਓ, ਹਮ ਤੁਮ ਕਹਿਣ ਰਹਿਣ ਦੇ। ਦੇਖ ਮੇਰੇ ਭਰਾਵਾ, ਜਦੋਂ ਇਹਨੇ ਛਾਹ ਨੂੰ ਹੀ ਨਾ ਇੱਥੇ ਰਹਿਣ ਦਿੱਤਾ ਹਿੰਦੁਸਤਾਨ ਦੀ ਧਰਤੀ ਤੇ ਆਪਾਂ ਕਿਹੜੀ ਬਾਗ ਦੀ ਮੂਲੀ ਆ? ਇਹਨੇ ਸਾਨੂੰ ਵੀ ਦੋਵਾਂ ਨੂੰ ਇੱਥੇ ਨਹੀਂ ਰਹਿਣ ਦੇਣਾ। ਇਹ ਬੜਾ ਜਿਹੜਾ ਹੈ ਜਵਾਹਰ ਮੱਲ ਚਲਾਕ ਹੈ। ਲਿਓ ਬੁਲਾਏ ਜਨ ਖਾਲਸੇ ਬੜੇ ਬਹਾਦਰ ਜੇ। ਮੈਂ ਤੈਨੂੰ ਦੂਜੀ ਗੱਲ ਵੀ ਦੱਸਾਂ ਮਲਾਰ ਰਾਓ, ਇਹਨੇ ਆਪਣੇ ਨਾਲ ਜਿਹੜੇ ਨੇ ਖਾਲਸਾ ਵੀ ਬੁਲਾਇਆ ਹੋਇਆ ਹੈ ਤੇ ਖਾਲਸਾ ਤਾਂ ਇਹ ਤੋਂ ਵੀ ਬੜੀ ਬੁਰੀ ਬਲਾ ਹੈ। ਤੇ ਹੁਣ ਖਾਲਸਾ ਜਿਹੜਾ ਹੈ ਨਾਲ ਰਲ ਕੇ ਜਦੋਂ ਸ਼ਾਹ ਨੂੰ ਇੱਥੇ ਰਹਿਣ ਦੇਵੇਗਾ ਤੇ ਸਾਨੂੰ ਇਹਨਾਂ ਨੇ ਕਿੱਥੇ ਕਦਮ ਰੱਖਣ ਦੇ ਨੇ ਧਰਤੀ ਤੇ, ਬਾਅਦ ਚੋਂ ਸਾਨੂੰ ਵੀ ਸੋਧਾ ਲਾ ਸਕਦੇ ਨੇ। ਇਸ ਤਰ੍ਹਾਂ ਉਕਸਾ ਰਿਹਾ ਹੈ ਜੀ। ਚੌਪਈ ਤੋਰ ਮੋਰੇ ਹੀ ਭਾਈਚਾਰਾ। ਹੁਣ ਦੇਖ ਮੇਰੇ ਭਰਾਵਾ, ਤੇਰਾ ਤੇ ਮੇਰਾ ਤੇ ਭਾਈਚਾਰਾ ਹੈ, ਪੱਗ ਵਟਾਈ ਹੋਈ ਹੈ, ਆਪਾਂ ਕੋ ਲੜੀ ਆਪਸ ਦੇ ਵਿੱਚ। ਉਹ ਕਹਿੰਦੇ ਨਾ ਗਿਰਗਟ ਜਿਹੜਾ ਰੰਗ ਬਦਲ ਜਾਂਦਾ ਸਮਾਂ ਦੇਖ ਕਰਕੇ। ਆਂਦੇ ਆਪਾਂ ਤੇ ਭਰਾ ਵਾ ਤੋਰ ਮੋਰ, ਆਪਾਂ ਦੋਵੇਂ ਇੱਕ ਦੂਜੇ ਦੇ ਭਰਾ ਹਾਂ, ਪੱਗ ਵਟਾਈ ਹੈ, ਤੂੰ ਮੇਰੀ ਮਦਦ ਲਈ ਆ। ਉਹ ਮੈਂ ਹਾਰਦਾ ਪਿਆ ਏ, ਆਪਣੇ ਭਰਾ ਦੀ ਹੁਣ ਲਾਜ ਰੱਖ ਲੈ। ਆਂਦਾ ਵੀ ਦੇਖ, ਮੈਂ ਸ਼ਾਹ ਦੇ ਨਾਲ 30 ਕਰੋੜ ਰੁਪਈਆ ਜਿਹੜਾ ਸੀ ਨਾ ਉਹ ਨਿਸ਼ਚਿਤ ਕੀਤਾ ਹੈ। ਏਦਾਂ ਕਰ 15 ਕਰੋੜ ਤੂੰ ਰੱਖ ਲਈ, ਅੰਦਰ ਖਾਤੇ ਦੀ ਗੱਲ ਹੈ। ਉਹ ਕਵਿਰਾਜ ਜੀ ਕਹਿਣ ਲੱਗੇ ਕਿ ਜਿਹੜੇ ਸ਼ਾਹ ਨੂੰ ਦੇਣੇ ਆ, ਆਪਾਂ ਸ਼ਾਹ ਨੂੰ ਜਿਹੜਾ ਹੈ ਬਾਅਦ ਚੋਂ ਆਵੇਗਾ ਥੋੜੇ ਦੇ ਦਾਂਗੇ, ਅੱਧੇ ਤੂੰ ਰੱਖ ਲੈ। ਹੁਣ ਮਰਹੱਟੇ ਜਿਹੜੇ ਸਨ ਉਹ ਲਾਲਚੀ ਸਨ। ਪੈਸਾ ਜਿਹੜਾ ਹੈ ਵੱਡਿਆਂ ਦੀ ਸੁਰਤ ਜਿਹੜੀ ਹੈ ਉਹ ਭੁਲਾ ਦਿੰਦਾ ਖਾਲਸਾ ਜੀ। ਇਸੇ ਕਰਕੇ ਬਾਣੀ ਕਹਿੰਦੀ ਹੈ ਇਹ ਪਾਪਾਂ ਦੇ ਬਾਝੋਂ ਹੁੰਦੀ ਨਹੀਂ ਇਕੱਠੀ ਤੇ ਮੋਇਆ ਕਦੀ ਸਾਥ ਨਹੀਂ ਜਾਂਦੀ। ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਸਰਪਨੀ ਤੇ ਉੱਪਰ ਨਹੀਂ ਕੋ ਬਲਿਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛੜਿਆ। ਇਹ ਮਾਇਆ ਇਹੋ ਜਿਹੀ ਹੈ ਜਿਹਨੇ ਦੇਵਤੇ ਵੀ ਨਿਕਲ ਰਹੇ ਹਨ। ਮਾਇਆ ਦਾ ਅਰਥ ਇੱਥੇ ਇਸ ਤਰ੍ਹਾਂ ਵੀ ਹੈ, ਇਕੱਲਾ ਪੈਸਾ ਹੀ ਨਹੀਂ, ਜਿੰਨੀਆਂ ਵੀ ਚੀਜ਼ਾਂ ਮਨ ਨੂੰ ਭਰਮਾ ਦੇਣ ਤੇ ਰੱਬ ਨਾਲੋਂ ਤੋੜ ਦੇਣ, ਉਹ ਮਾਇਆ ਦਾ ਰੂਪ ਹੈ। ਉਹ ਕਿਸੇ ਵੀ ਪ੍ਰਕਰਨ ਦੇ ਵਿੱਚ ਆ ਸਕਦਾ ਹੈ। ਇੱਥੇ ਕਹਿੰਦਾ ਤੈਨੂੰ ਮੈਂ ਗੁਪਤ ਟਕੇ ਵੀ ਦੇਵਾਂਗਾ। ਸ਼ਰਨ ਪੈ ਕੋ ਅਬਲੇ ਲਾਖ। ਉਹ ਮੇਰੇ ਭਰਾਵਾ ਮਲਾਲ ਰਾਓ, ਮੈਂ ਤੇਰਾ ਭਰਾ ਬਣਿਆ ਸੀ, ਹੁਣ ਤੇਰੀ ਸ਼ਰਨ ਦੇ ਵਿੱਚ ਹਾਂ, ਮੈਨੂੰ ਗਰੀਬ ਨੂੰ ਰੱਖ ਲੈ। ਤੋ ਤੇਰਾ ਸ਼ਾਮਰ ਹਟਣ ਦਿਓ। ਹੁਣ ਮਰਹੱਟੇ ਬੜੇ ਚਲਾਕ ਸੀ, ਉਹਨਾਂ ਨੇ ਵੀ ਪਿੱਛੇ ਇਹਦੇ ਹੱਥ ਰੱਖ ਦਿੱਤਾ। ਆਂਦਾ ਤੂੰ ਘਬਰਾਈ ਨਾ ਨਜ਼ੀਬ ਰਾਓ, ਵੇਖ ਰੋਹੇਲੇ ਨਜ਼ੀਬ ਖਾਨ ਰੋਹੇਲੇ, ਅਸੀਂ ਤੇਰੇ ਨਾਲ ਹਾਂ। ਤੋ ਵੀ ਕੰਪੈ ਉਸ ਦਿਲੋਂ ਨਾ ਗਇਓ। ਪਰ ਫਿਰ ਵੀ ਅੰਦਰੋਂ ਨਜ਼ੀਬ ਖਾਨ ਨੂੰ ਰੋਹੇਲਾ ਜਿਹੜਾ ਸੀ ਡਰਦਾ ਸੀ ਤੇ ਕੰਬਦਾ ਸੀ ਕਿ ਕਿਤੇ ਇਹ ਵੀ ਸ਼ਾਹ ਵਾਂਗੂ ਧੋਖਾ ਨਾ ਦੇ ਜਾਵੇ। ਦੋ ਵੱਲ ਤੇ ਦੱਖਣੀ ਪਾਹੇ। ਪਰ ਦੂਜੇ ਪਾਸੇ ਜਿਹੜੇ ਮਰਹੱਟੇ ਸਨ ਉਹ ਦੋਵਾਂ ਪਾਸੋਂ ਖਾਈ ਜਾ ਰਹੇ ਸਨ। ਇੱਕ ਪਾਸੇ ਤੇ ਜਵਾਹਰ ਮੱਲ ਨੂੰ ਖਾਈ ਜਾ ਰਹੇ ਸਨ ਵੀ ਆਪਾਂ ਤੇਰੇ ਨਾਲ ਅੱਗੇ ਹੋ ਕੇ ਲੜਾਂਗੇ। ਇੱਧਰ ਇਹਨਾਂ ਨੇ ਨਜ਼ੀਬ ਖਾਨ ਰੋਹੇਲੇ ਨੂੰ ਵੀ ਜਿਹੜਾ ਹੱਥ ਜਿਹੜਾ ਰਲਾ ਲਿਆ, ਹੁਣ ਇਹਨੇ ਵੀ ਟਕੇ ਦੇਣੇ ਨੇ। ਚਾਰ ਦੋਵੇਂ ਪਾਸੇ ਹੋ ਗਏ। ਦੋ ਵੱਲ ਲਿਓ ਕੰਮ ਬਣਾਵੇ। ਇਸ ਕਰਕੇ ਇਹਨਾਂ ਨੇ ਦੋਵਾਂ ਪਾਸਿਆਂ ਤੋਂ ਕੰਮ ਬਣਾ ਲਿਆ ਵੀ ਜਿੱਧਰੋਂ ਆਉਂਦਾ ਹੈ ਉਧਰੋਂ ਖਾਈ ਚੱਲੀਏ। ਇੱਕ ਨਾ ਚਮਕਿੱਦੜ ਹੋਇਆ ਹੈ। ਚਮਕਿੱਦੜ ਦੀ ਇਸ ਤਰ੍ਹਾਂ ਹੋਈ ਕਹਾਣੀ ਕਿ ਉਹ ਪੰਛੀਆਂ ਤੇ ਪਸ਼ੂਆਂ ਵੱਲ ਜਿਹੜਾ ਸੀ ਨਾ ਦੋਵਾਂ ਪਾਸੇ ਹੋ ਗਿਆ। ਜਦੋਂ ਉਹਨੇ ਦੇਖਿਆ ਕਿ ਪਸ਼ੂ ਤੇ ਪੰਛੀ ਜਿਹੜੇ ਨੇ ਲੜ ਰਹੇ ਨੇ ਆਪਸ ਦੇ ਵਿੱਚ, ਚਮਕਿੱਦੜ ਬੜਾ ਸ਼ਰਾਰਤੀ ਸੀ। ਜਦੋਂ ਤੇ ਜਾਂਦਾ ਪੰਛੀਆਂ ਦੇ ਕੋਲ, ਆਂਦਾ ਦੇਖੋ ਮੇਰੇ ਕੋਲ ਪੰਖ ਨੇ, ਮੈਂ ਤੁਹਾਡੇ ਵਾਂਗੂ ਉੱਡਦਾ, ਮੈਂ ਤੁਹਾਡਾ ਹੀ ਭਰਾ ਵਾ। ਉਹਨਾਂ ਨਾਲ ਦਾਣਾ ਪਾਣੀ ਚੁਗਣ ਬਹਿ ਜਾਂਦਾ। ਜਦੋਂ ਜਾਂਦਾ ਪਸ਼ੂਆਂ ਦੇ ਕੋਲੋਂ ਚਮਕਿੱਦੜ, ਪਤਾ ਸੀ ਵੀ ਦੋਵੇਂ ਲੜਦੇ ਪਏ ਨੇ ਪਸ਼ੂ ਤੇ ਪੰਛੀ। ਜਦੋਂ ਚਮਕਿੱਦੜ ਜਾਂਦਾ ਪਸ਼ੂਆਂ ਦੇ ਕੋਲ, ਕਹਿੰਦਾ ਮੈਂ ਤੇ ਤੁਹਾਡਾ ਭਰਾ ਏ, ਮੈਂ ਕੋਈ ਆਂਡਿਆਂ ਤੋਂ ਥੋੜਾ ਪੈਦਾ ਹੁੰਦਾ, ਮੈਂ ਜੇਰਿਸ ਤੋਂ ਪੈਦਾ ਹੋਇਆ ਹੈ। ਤੁਸੀਂ ਵੀ ਜੇਰਿਸ ਤੋਂ ਜਿਹੜੇ ਹੋ ਆਪਣੀ ਵੰਸ਼ ਤੋਰਦੇ ਹੋ ਤੇ ਪੰਛੀ ਜਿਹੜੇ ਨੇ ਉਹ ਆਂਡਿਆਂ ਤੋਂ ਤੋਰਦੇ ਆ। ਤੇ ਹੁਣ ਜਦੋਂ ਦੋਵਾਂ ਦੇ ਪੱਖ ਦੇ ਵਿੱਚ ਕਦੇ ਇੱਧਰ ਹੋਣ ਲੱਗਾ ਨਾ, ਕਹਿੰਦੇ ਸਮਾਂ ਇੱਦਾਂ ਆਇਆ ਪਸ਼ੂ ਤੇ ਪੰਛੀ ਇਕੱਠੇ ਹੋ ਗਏ। ਭਾਵ ਪੰਛੀਆਂ ਦੀ ਤੇ ਪਸ਼ੂਆਂ ਦੀ ਸੁਲ੍ਹਾ ਹੋ ਗਈ। ਉਹ ਪਹਿਲਾਂ ਲੜਾਈ ਸੀ, ਜਦੋਂ ਸੁਲ੍ਹਾ ਹੋ ਗਈ ਤੇ ਫਿਰ ਹੁਣ ਚਮਕਿੱਦੜ ਨੂੰ ਭੱਜਣ ਦਾ ਰਸਤਾ ਤਾਂ ਨਹੀਂ ਸੀ ਨਾ ਮਿਲਣਾ। ਉਹ ਹਾਲ ਜਿਹੜਾ ਹੈ ਨਾ ਹੁਣ ਇਹ ਮਲਾਹ ਰਾਓ ਦਾ ਹੋਣਾ ਏ। ਇਹ ਬਣ ਚੁੱਕਾ ਹੈ ਚਮਕਿੱਦੜ। ਕਦੀ ਆਉਂਦਾ ਹੈ ਜਵਾਹਰ ਮੱਲ ਦੇ ਵੱਲ ਤੇ ਕਦੀ ਆਉਂਦਾ ਹੈ ਇਹ
ਨਜ਼ੀਬ ਖਾਨ ਰਹੀਲੇ ਦੇ ਵੱਲ ਜੀ। ਲਗਿਓ ਸਮਝਾਵਨ ਜਟੈ ਸੋਏ। ਦੂਜੇ ਪਾਸੇ ਜਵਾਹਰ ਮਲ ਨੂੰ ਵੀ ਇਹ ਸਮਝਾਉਣ ਲੱਗੇ ਹਨ ਜੀ। ਹਮ ਤੁਮ ਭਈ ਪਦ ਇਕੱਠੀ ਹੋਏ। ਕਹਿਣ ਲੱਗੇ ਜਵਾਹਰ ਮਲ ਦੇਖ, ਤੇਰੀ ਤੇ ਸਾਡੀ ਇੱਜ਼ਤ ਹੁਣ ਇਕੱਠੀ ਹੈ, ਆਪਾਂ ਤੇਰੇ ਨਾਲ ਲੜਨ ਵਾਸਤੇ ਸ਼ਾਹ ਦੇ ਨਾਲ ਆਏ ਹੋਏ ਹਾਂ। ਉਠਦੇ ਆਵਤ ਅਹਿਮਦ ਸ਼ਾਹ। ਦੇਖ ਮਲਾਹ ਰਾਓ ਕਹਿਣ ਲੱਗਾ ਜਵਾਹਰ ਮਲ ਨੂੰ ਕਿ ਉਧਰੋਂ ਸ਼ਾਹ ਜਿਹੜਾ ਹੈ ਉਹ ਚੜ ਕੇ ਆ ਰਿਹਾ ਹੈ। ਮਤ ਕਤ ਜਾਵੇ ਪਤ ਗਵਾਵੇ। ਕਿਤੇ ਇਹ ਨਾ ਹੋਵੇ ਕਿ ਸ਼ਾਹ ਜਿਹੜੀ ਹੈ ਸਾਡੀ ਇੱਜ਼ਤ ਜਿਹੜੀ ਹੈ ਉਹ ਮਿੱਟੀ ਦੇ ਵਿੱਚ ਰੋਲ ਜਾਵੇ। ਕਾਂਦੇ ਸਲਾਹ ਹਮਰੇ ਮਨ ਲੈ। ਇਸ ਕਰਕੇ ਮੇਰੀ ਤੈਨੂੰ ਸਲਾਹ ਹੈ, ਸਾਡੀ ਇੱਕ ਸਲਾਹ ਸੁਣ, ਤੈਨੂੰ ਚੰਗੀ ਲੱਗੇ ਤੇ ਤੂੰ ਮੰਨ ਲਵੀਂ। ਡੇਰੇ ਸਾਜਿਓ ਸੱਲੇ ਹੋ ਮਿਲੇ ਹੋ। ਤੂੰ ਏਦਾਂ ਕਰ, ਨਜੀਬ ਖਾਨ ਰਹੀਲੇ ਨੂੰ ਜਿਹੜਾ ਹੈ ਆਪਣੇ ਡੇਰੇ ਵਿੱਚ ਸੱਦ ਲੈ, ਜਾਂ ਆਪ ਚੱਲ ਜਾ ਤੇ ਉਹਦੇ ਨਾਲ ਹੱਥ ਮਿਲਾ ਲੈ। ਦੋਵੇਂ ਆਏ ਤੋ ਬਿਆਗੀ ਕਾਨ। ਤੂੰ ਏਦਾਂ ਕਰ, ਜਾਂ ਸ਼ਾਹ ਦੇ ਨਾਲ ਜਿਹੜਾ ਹੈ ਮਿਲਾ ਕਰਕੇ ਇਹਨਾਂ ਦੋਵਾਂ ਦੇ ਨਾਲ ਸੁਲਾਹ ਕਰ ਲੈ ਦੋਵਾਂ ਚੋਂ। ਹੋਵਗ ਜਸ ਬੜ ਤੋ ਜਹਮਾਨ। ਤੇਰਾ ਸੰਸਾਰ ਦੇ ਵਿੱਚ ਜਿਹੜਾ ਜਸ ਬੜਾ ਹੋਵੇਗਾ ਕਿ ਜਿਹੜਾ ਜਵਾਹਰ ਮਲ ਹੈ ਬੜਾ ਦਿਆਲੂ ਸੀ, ਇਹਨੇ ਜਿਹੜਾ ਹੈ ਉਹ ਮਾਫ ਕਰ ਦਿੱਤਾ ਇਹਨਾਂ ਨੂੰ। ਗਲੇ ਗਲਾਹੋ ਮੁਖ ਕੇ ਲੈ ਪਾਸ। ਗਲੇ ਕੁਹਾੜੋ ਮੁਖ ਲੈ ਘਾਸ। ਮੈਂ ਤੇਰੇ ਸਾਹਮਣੇ ਨਜੀਬ ਖਾਨ ਰਹੀਲੇ ਨੂੰ ਇਸ ਤਰ੍ਹਾਂ ਲਿਆਵਾਂਗਾ, ਉਹਦੇ ਗਲ ਦੇ ਵਿੱਚ ਕੁਹਾੜਾ ਪਾ ਕੇ, ਮੂੰਹ ਦੇ ਵਿੱਚ ਉਹਦੇ ਘਾਹ ਤੁੰਨ ਕੇ ਫਿਰ ਤੇਰੇ ਸਾਹਮਣੇ ਲਿਆਵਾਂਗਾ। ਜੋ ਤੂੰ ਉਹਨੂੰ ਸਜ਼ਾ ਦੇਣੀ ਹੋਵੇਗੀ ਦੇ ਦਵੀਂ। ਲਿਆਏ ਬਿਹਾਵੋ ਮੈਂ ਤੁਮ ਪਾਸ। ਮੈਂ ਤੇਰੇ ਕੋਲ ਬਿਠਾ ਦਵਾਂਗਾ ਲਿਆ ਕੇ ਨਜੀਬ ਖਾਨ ਰਹੀਲੇ ਨੂੰ। ਜਟ ਕਹਿਓ ਮੋਹ ਬੇਟੀ ਦੇਵੈ। ਤੇ ਅੱਗੋਂ ਜਵਾਹਰ ਮਲ ਕਹਿੰਦਾ ਏਦਾਂ ਨਹੀਂ ਗੱਲ ਬਣੀ, ਉਹਨੂੰ ਕਹਿ ਨਜੀਬ ਖਾਨ ਰਹੀਲੇ ਨੂੰ ਆਪਣੀ ਧੀ ਦਾ ਡੋਲਾ ਜਿਹੜਾ ਹੈ ਮੇਰੇ ਘਰ ਪਾ ਦੇਵੇ। ਫਿਰ ਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿੰਨਾ ਨੀਵਾਂਪਨ ਹੈ ਜਿਹੜਾ ਦੁਸ਼ਮਣੀ ਨੂੰ ਮਿਟਾਉਣ ਵਾਸਤੇ ਜਿਹੜਾ ਹੈ ਕੁਝ ਧੀ ਦੇ ਜਿਸਮ ਦਾ ਕਹਿ ਲਈਏ ਸੌਦਾ ਕਰ ਰਿਹਾ ਹੈ। ਦੂਜੇ ਪਾਸਿਓਂ ਕਿੰਨੀ ਗਿਰਾਵਟ ਹੋਵੇਗੀ ਜਿਹੜਾ ਆਪਣੀ ਜਾਨ ਨੂੰ ਬਚਾਉਣ ਵਾਸਤੇ ਉਸ ਜਿਸਮ ਨੂੰ ਜਿਹੜਾ ਹੈ ਦਾਅ ਤੇ ਲਾ ਦੇਵੇਗਾ। ਕਹਿੰਦਾ ਡੋਲਾ ਆਪਣੀ ਧੀ ਦਾ ਉਹਨੂੰ ਕਹਿ ਨਜੀਬ ਖਾਨ ਰਹੀਲੇ ਨੂੰ ਦੇ ਦਵੇ। ਸਾਥ ਹਮਾਰੇ ਫੇਰੇ ਕਰੇਵੇ। ਤੇ ਉਹਦਾ ਨਿਕਾਹ, ਉਹਦੀ ਸ਼ਾਦੀ ਜਿਹੜੀ ਹੈ ਲਾਵਾਂ ਮੇਰੇ ਨਾਲ ਪੜਾਓ। ਧੋਰਾ ਮਲਾਰ ਕਹਿਓ ਉਸ ਧੀ ਨਹੀਂ, ਯਹੀ ਬਨ ਬਨੀ ਲਾਚਾਰ। ਮਲਾਰ ਰਾਓ ਕਹਿਣ ਲੱਗਾ ਜਵਾਹਰ ਮਲ ਜੀ, ਲਾਚਾਰੀ ਇਸ ਗੱਲ ਦੀ ਹੈ, ਉਹ ਤੁਹਾਨੂੰ ਧੀ ਦਾ ਡੋਲਾ ਤੇ ਦੇ ਦਿੰਦਾ, ਪਰ ਨਜੀਬ ਖਾਨ ਰਹੀਲੇ ਦੀ ਕੋਈ ਧੀ ਨਹੀਂ ਹੈ। ਹੁਣ ਉਹ ਤੁਹਾਨੂੰ ਡੋਲਾ ਕਿੱਥੋਂ ਦੇਵੇ? ਜਿਹਦੀ ਧੀ ਹੈ ਨਹੀਂ ਉਹ ਡੋਲਾ ਕਿੱਥੋਂ ਤੋਰ ਦੇਵੇਗਾ? ਕਰੋੜ ਰੁਪਈਓ ਧੀ ਬਦਲ ਉਸ ਤੇ ਦਿਓ ਲਿਖਾਰ। ਆਪਾਂ ਇਸ ਤਰ੍ਹਾਂ ਕਰਦੇ ਹਾਂ, ਧੀ ਦੇ ਬਦਲੇ 1 ਕਰੋੜ ਰੁਪਈਆ ਜਿਹੜਾ ਹੈ ਤੈਨੂੰ ਦੇ ਦਿੰਦੇ ਹਾਂ ਤੇ ਤੂੰ ਨਜੀਬ ਖਾਨ ਰਹੀਲੇ ਦੀ ਜਾਨ ਬਖਸ਼ ਦੇ। ਚੌਪਈ ਤਬੈ ਜਵਾਹਰ ਅਹਸਨ ਮਾਨੀ। ਪਰ ਜਵਾਹਰ ਮਲ ਕਹਿੰਦਾ ਏਦਾਂ ਨਹੀਂ ਗੱਲ ਬਣਨੀ, ਮੈਂ ਨਹੀਂ ਇਹ ਗੱਲ ਮੰਨਦਾ। ਪਿਤੋ ਨ ਵੇਚੋ ਪਦਮ ਨਿਸ਼ਾਨੀ। ਆਂਦੇ ਮੈਂ ਆਪਣੇ ਪਿਤਾ ਦੀ ਇੱਜ਼ਤ ਜਿਹੜੀ ਹੈ ਪਦਮ ਦੇ ਕਰਕੇ ਨਹੀਂ ਜਿਹੜੀ ਹੈ ਉਹ ਨਾਸ਼ ਕਰਨੀ। ਪਦਮ ਜਿਹੜਾ ਹੈ ਗੁਰੂ ਕੀ ਸੰਗਤ ਜੀ ਇੱਕ ਸੰਖਿਆ ਹੈ ਪੈਸੇ ਦੀ। ਜਿੱਦਾਂ ਆਪਾਂ ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, ਲੱਖ, 10 ਲੱਖ, ਕਰੋੜ, ਅਰਬ ਇਸ ਤਰ੍ਹਾਂ ਜਾਂਦੇ ਹਾਂ। ਫਿਰ ਆਉਂਦਾ ਹੈ ਸੰਖ, ਉਹਦੇ ਬਾਅਦ ਜਾ ਕੇ ਆਉਂਦਾ ਹੈ ਪਦਮ। ਇਹ ਜਿਹੜੀ ਹੈ ਗਿਣਤੀ ਹੈ ਪੈਸੇ ਨੂੰ ਗਿਣਨ ਦੀ। ਜਦੋਂ ਦੂਰ ਤੱਕ ਅੰਦੇਸ਼ੀ ਦੇ ਨਾਲ ਇਸ ਚੀਜ਼ ਨੂੰ ਵਾਚਾਂਗੇ, ਕਿਤੇ ਮੌਕਾ ਮਿਲਿਆ ਪਦਮ ਦੇ ਅਰਥ ਕਰਾਂਗੇ। ਉੱਦਾਂ ਇਹ ਇੱਕ ਪਦਮ ਹੁੰਦਾ ਹੈ, ਕਈ ਵਾਰ ਜਿਹੜਾ ਹੈ ਪੈਰ ਦੇ ਵਿੱਚ ਕੋਈ ਤਿਲ ਰੂਪ ਆ ਜਾਣਾ, ਜਿਹਨੂੰ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਦੇਖ ਸਕਦੇ ਹਾਂ। ਉਹਨਾਂ ਦੇ ਪੈਰ 'ਚ ਪਦਮ ਸੀ, ਸ਼੍ਰੀ ਕ੍ਰਿਸ਼ਨ ਜੀ ਦੇ ਪੈਰ ਦੇ ਵਿੱਚ ਵੀ ਪਦਮ ਸੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੀ ਸਰੀਰ ਪੈਰ ਦੇ ਵਿੱਚ ਪਦਮ ਸੀ ਆਦਿਕ। ਉਹ ਕੁਝ ਹੋਰ ਸੀ। ਇੱਥੇ ਜਿਹੜੇ ਪਦਮ ਦੇ ਅਰਥ ਹਨ ਉਹ ਆਏ ਨੇ ਪੈਸੇ ਧੇਲੇ ਤੋਂ, ਭਾਵ ਸੰਖਿਆ ਤੋਂ, ਜਿਹਨੂੰ ਆਪਾਂ 1 ਰੁਪਈਆ, ਫਿਰ 100 ਰੁਪਈਆ, 1000 ਰੁਪਈਆ, ਲੱਖ ਕਹਿ ਲਈਏ, ਕਰੋੜ ਕਹਿ ਲਈਏ। ਉਹ ਗਿਣਤੀਆਂ ਦੇ ਵਿੱਚ ਜਦੋਂ ਸੰਖ ਤੱਕ, ਕਰੋੜ ਤੋਂ ਬਾਅਦ ਸੰਖ 'ਚ ਗਿਣਤੀ ਚਲੇ ਜਾਵੇਗੀ। ਤੇ ਆਪਾਂ ਬਾਣੀ ਵਿੱਚ ਇੱਕ ਅਲਫਾਜ਼ ਪੜ੍ਹਦੇ ਹਾਂ ਜਪਜੀ ਸਾਹਿਬ ਜੀ ਕੇ ਕਿ ਮਾਲਿਕ ਦੀ ਕੋਈ ਗਿਣਤੀ ਨਹੀਂ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਓ। ਸੰਖ ਤੇ ਕਹਿ ਸਕਦੇ ਹਾਂ ਵੀ ਕਰੋੜ ਤੋਂ ਬਾਅਦ ਜਾ ਕਰਕੇ, ਪਰ ਅਸੰਖ ਹੈ ਹੀ ਨਹੀਂ। ਪਤਾ ਨਹੀਂ ਕਿੱਥੋਂ ਤੱਕ
ਜਿਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਆਂਦੇ ਹੁਣ ਮੈਂ ਪਦਮ ਲੈ ਕੇ, ਭਾਵ ਪੈਸਾ ਲੈ ਕੇ ਆਪਣੇ ਪਿਓ ਦੀ ਇੱਜ਼ਤ ਥੋੜਾ ਰੋਲਣੀ ਆ। ਕਈ ਕਰੋੜ ਖਰਚ ਆਇਓ ਮੇਰਾ ਹੁਣ ਤੱਕ ਆਪਣੀ ਫੌਜ ਦੇ ਉੱਤੇ ਹੋਰ ਫੌਜਾਂ ਨੂੰ ਨਾਲ ਰਲਾਇਆ, ਪਤਾ ਨਹੀਂ ਕਿੰਨੇ ਕਿ ਕਰੋੜ ਰੁਪਈਆ ਖਰਚਿਆ ਗਿਆ। ਔਰ ਕਰੂੰ ਮੈਂ ਖਰਚ ਕਨੇਰਾ, ਮੈਂ ਆਪਣੇ ਪਿਓ ਦੀ ਇੱਜ਼ਤ ਦਾ ਬਦਲਾ ਲੈਣ ਵਾਸਤੇ ਮੈਨੂੰ ਹੋਰ ਵੀ ਪੈਸਾ ਖਰਚਣਾ ਪਵੇ ਤਾਂ ਮੈਂ ਪਿੱਛੇ ਨਹੀਂ ਹਟਾਂਗਾ, ਮੈਂ ਹੋਰ ਦਾਮ ਜਿਹੜਾ ਹੈ ਖਰਚ ਦੇਵਾਂਗਾ। ਇਹ ਸੁਨ ਬਾਤ ਕਹੈ ਜਗ ਲਈ, ਤੇ ਜੇ ਕਿਤੇ ਬਾਤ ਸੰਸਾਰ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਈ ਕਿ ਇਹਨੇ ਪੈਸਾ ਲੈ ਲਿਆ ਹੈ, ਪਿਤਾ ਖੂਨ ਦਾ ਟਿਕਿਆ ਤੋਈ, ਤੇ ਆਪਣੇ ਪਿਤਾ ਦਾ ਖੂਨ ਜਿਹੜਾ ਇਹਨੇ ਟਕਿਆਂ ਦੇ ਉੱਤੇ ਜਿਹੜਾ ਵੇਚ ਦਿੱਤਾ, ਭਾਵ ਮੇਰੇ ਸੂਰਜਮਲ ਪਿਤਾ ਨੂੰ ਇਹਨਾਂ ਨੇ ਮਾਰਿਆ, ਮੈਂ ਉਹਨਾਂ ਦੀ ਸ਼ਹਾਦਤ ਦਾ, ਉਹਨਾਂ ਦੀ ਮੌਤ ਦਾ ਬਦਲਾ ਲਵਾਂਗਾ। ਪਰ ਜੇ ਤੂੰ ਕਵੇਂ ਕਿ ਮੈਂ ਪੈਸਿਆਂ ਦੇ ਪਿੱਛੇ ਜਿਹੜਾ ਹੈ ਇਹਨੂੰ ਜਿਹੜਾ ਹੈ ਨਜ਼ੀਬ ਖਾਨ ਰਹੇਲੇ ਨੂੰ ਛੱਡ ਦੇਵਾਂ, ਏਦਾਂ ਨਹੀਂ ਹੋ ਸਕਦਾ। ਤਬ ਮਲਾਰ ਦਾ ਬਾਤ ਵਿਚਾਰੀ, ਉਦੋਂ ਮਲਾਰ ਰਾਓ ਨੇ ਇੱਕ ਗੱਲ ਜਿਹੜੀ ਹੈ ਵਿਚਾਰਨੀ ਕੀਤੀ ਹੈ। ਅਗਮਲ ਪੁਰਸ਼ ਜੈਸੇ ਸਵਾਰੀ, ਆਂਦਾ ਆਪਾਂ ਇਸ ਤਰ੍ਹਾਂ ਕਰਦੇ ਹਾਂ ਜਿਸ ਤਰ੍ਹਾਂ ਪੁਰਸ਼ਾਂ ਤੋਂ ਭਾਵ ਪਿਛਲੇ ਸਮਿਆਂ ਤੋਂ ਜਿਹੜਾ ਹੈ ਇੱਕ ਗੱਲ ਚੱਲਦੀ ਆਉਂਦੀ ਹੈ। ਆਦ ਅੰਤ ਜਬ ਹੋਤੀ ਆਈ, ਜਿਵੇਂ ਆਦ ਤੋਂ ਅੰਤ ਭਾਵ ਸ਼ੁਰੂ ਤੋਂ ਲੈ ਕਰਕੇ ਹੁਣ ਤੱਕ ਤੇ ਅਗਾਂਹ ਵੀ ਜਿਹੜੀ ਹੈ ਗੱਲ ਚੱਲਦੀ ਹੈ ਕਿ ਜਦੋਂ ਕਿਸੇ ਨੇ ਸੁਲ੍ਹਾ ਸਫਾਈ ਕਰਨੀ ਹੋਵੇ, ਜਾਂ ਦਾਮ ਕਰਕੇ, ਜਾਂ ਸ਼ਾਮ ਕਰਕੇ, ਜਾਂ ਡੰਡ ਕਰਕੇ ਆਦਿਕ, ਉਹਦੀ ਜਾਨ ਬਖਸ਼ ਦਿੱਤੀ ਜਾਂਦੀ ਸੀ। ਸੋ ਬਾਤ ਤੁਮ ਲੈ ਕਰਵਾਈ, ਤੂੰ ਏਦਾਂ ਕਰ, ਇਹਨਾਂ 'ਚ ਕੋਈ ਗੱਲ ਇੱਕ ਮੰਨ ਲੈ। ਡੋਲਾ ਗਲਾਵੇ ਪ੍ਰਥਮ ਤੁਮ ਪਾਹੇ, ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ ਕਿ ਪਹਿਲਾਂ ਨਜ਼ੀਬ ਖਾਨ ਰੋਹੇਲੇ ਦੇ ਘਰ ਕੋਈ ਗੋਲੀ ਜਿਹੜੀ ਹੈ ਧੀ ਰੂਪ ਪਾ ਦਈਏ, ਤੇ ਫਿਰ ਉਹ ਬਣੀ ਹੋਈ ਧੀ ਜਿਹੜੀ ਹੈ ਤੇਰੇ ਘਰ ਡੋਲੇ 'ਚ ਪਾ ਦਈਏ। ਹਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਾਨ ਬਚਾਉਣ ਵਾਸਤੇ ਹੁਣ ਜਿਸਮ ਦਾਅ ਤੇ ਲੱਗ ਰਿਹਾ ਹੈ। ਇਹਨਾਂ ਨੇ ਇਹ ਸਲਾਹ ਦੇ ਦਿੱਤੀ ਮਲਾਰ ਰਾਓ ਨੇ ਕਿ ਪਹਿਲਾਂ ਆਪਾਂ ਨਜ਼ੀਬ ਖਾਨ ਨੂੰ ਜਿਹੜਾ ਹੈ ਕੋਈ ਧੀ ਗੋਦ ਲੈ ਦਈਏ, ਫਿਰ ਉਹ ਧੀ ਦਾ ਵਿਆਹ ਤੇਰੇ ਨਾਲ ਕਰਾ ਦੇਵਾਂਗੇ। ਕਾਰਜ ਬੇਟੀ ਉਸੇ ਬਣਵਾਏ, ਇਸ ਤਰ੍ਹਾਂ ਜਿਹੜਾ ਹੈ ਤੇਰਾ ਵੀ ਕਾਰਜ ਬਣ ਜਾਵੇਗਾ ਤੇ ਨਜ਼ੀਬ ਖਾਨ ਰੋਹੇਲੇ ਦੀ ਜਾਨ ਬਚ ਜਾਵੇਗੀ। ਜੇਵਰ ਸਹਿਤ ਉਹ ਖਿਦਮਤਦਾਰ, ਉਹ ਤੈਨੂੰ ਬੜੇ ਜੇਵਰਾਂ ਦੇ ਨਾਲ ਤੇਰੀ ਖਿਦਮਤਦਾਈ ਜੀ ਆਇਆਂ ਨੂੰ ਆਓ ਭਗਤ ਕਰੇਗਾ। ਹੋਤ ਆਜ ਜਿਵ ਜਗ ਵਿਵਹਾਰ, ਇਹ ਤੇਰੇ ਨਾਲ ਕੱਲੀ ਨਹੀਂ, ਇਹ ਜਗ ਜਹਾਨ ਦੇ ਉੱਤੇ ਜਿਹੜੀ ਏਦਾਂ ਹੁੰਦੀ ਰਹੀ ਹੈ। ਧਿਆਨ ਦੇਣਾ ਗੁਰੂ ਕੀ ਸੰਗਤ ਜੀ, 1739 ਦੇ ਵਿੱਚ ਨਾਦਰ ਸ਼ਾਹ ਚੜ੍ਹਿਆ ਹਿੰਦੁਸਤਾਨ ਦੇ ਉੱਤੇ, ਤੇ ਇੰਨਾ ਕਿ ਕਤਲੇ ਆਮ ਕਰ ਦਿੱਤਾ। ਦਿੱਲੀ ਦਾ ਬਾਦਸ਼ਾਹ ਜਿਹੜਾ ਹੈ ਮੁਹੰਮਦ ਸ਼ਾਹ ਰੰਗੀਲਾ ਹੈ, ਹਾਂ ਕਰਕੇ ਮੁਹੰਮਦ ਸ਼ਾਹ ਰੰਗੀਲਾ ਜਿਹੜਾ ਹੈ ਇਹਦੀ ਸ਼ਰਮ ਨੂੰ ਕਬੂਲ ਗਿਆ ਨਾਦਰ ਸ਼ਾਹ ਦੀ। ਕਹਿਣ ਲੱਗਾ ਭਰਾਵਾ ਕਤਲੇ ਆਮ ਨਾ ਕਰ, ਮੇਰੀ ਧੀ ਦਾ ਡੋਲਾ ਜਿਹੜਾ ਹੈ ਆਪਣੇ ਘਰ ਦੇ ਵਿੱਚ ਪਾ ਲੈ। ਪਿਆਰ ਨਾਲ ਆਖੋ ਸਤਨਾਮ। ਜਗ ਹੁੰਦੀ ਆ ਰਹੀ ਨਾ, ਇੱਕ ਦ੍ਰਿਸ਼ਟਾਂਤ ਦੇ ਰਹੇ ਹਾਂ। ਤੇ ਇਹ ਮੁਹੰਮਦ ਸ਼ਾਹ ਰੰਗੀਲਾ ਕਹਿੰਦਾ ਨਾਦਰ ਸ਼ਾਹ ਕਤਲੇ ਆਮ ਨਾ ਕਰ, ਮੇਰੀ ਧੀ ਦਾ ਡੋਲਾ ਜਿਹੜਾ ਹੈ ਆਪਣੇ ਘਰ ਦੇ ਵਿੱਚ ਪਾ ਲੈ। ਇਹ ਮੰਨ ਗਿਆ, ਕਹਿੰਦਾ ਮੇਰਾ ਪੁੱਤਰ ਜਵਾਨ ਹੈ, ਮੇਰੇ ਪੁੱਤਰ ਨੂੰ ਆਪਣੀ ਧੀ ਦਾ ਡੋਲਾ ਦੇ ਦੇ। ਦੇਖੋ ਕਿੰਨੀ ਕਿ ਗਿਰਾਵਟ ਹੈ, ਕਿੰਨਾ ਕਿ ਨੀਚਪੁਣਾ ਹੈ ਕਿ ਜਾਨਾਂ ਬਚਾਉਣ ਵਾਸਤੇ ਧੀਆਂ ਵੀ ਉਹਨਾਂ ਸਮਿਆਂ ਦੇ ਅੰਦਰ ਜਿਹੜੀਆਂ ਸੀ ਦਾਅ ਦੇ ਉੱਤੇ ਲਾ ਦਿੱਤੀਆਂ ਜਾਂਦੀਆਂ ਸਨ। ਉਹ ਗੱਲ ਕਹਿ ਰਿਹਾ ਹੈ ਇੱਥੇ ਰੋਹੇਲਾ ਕਿ ਆਪਾਂ ਤੈਨੂੰ ਜਿਹੜਾ ਹੈ ਰਿਸ਼ਤਾ ਇਸ ਤਰ੍ਹਾਂ ਕਰਵਾ ਦਿੰਦੇ ਹਾਂ, ਉਹਦੀ ਵੀ ਜਾਨ ਬਚ ਜਾਵੇਗੀ, ਤੇਰਾ ਇਹ ਕਾਰਜ ਸਵਰ ਜਾਵੇਗਾ। ਯਹੀ ਬਾਤ ਮਨ ਜਵਾਹਰ ਮਨ ਲਈ, ਫਿਰ ਜਵਾਹਰ ਮਲ ਨੇ ਇਹ ਗੱਲ ਜਿਹੜੀ ਹੈ ਮੰਨ ਲਈ ਹੈ ਜੀ। ਇਹ ਗੱਲ ਰੋਹੇਲੇ ਜਿੰਦ ਹੋ ਲਈ, ਆਂਦੇ ਜਿਹੜੀ ਰੋਹੇਲੇ ਨੇ ਗੱਲ ਕਹੀ ਸੀ ਉਹਨੂੰ ਸਿਰੇ ਲਾ ਦਿੱਤਾ। ਦੋਰਾ ਪ੍ਰਥਮੈ ਡੋਲਾ ਘਲ ਦਇਓ, ਸਾਥ ਗੋਲੀ ਗੋਲੇ ਲਵਾਏ, ਤੇ ਨਜ਼ੀਬ ਖਾਨ ਰੋਹੇਲੇ ਨੇ ਪਹਿਲਾਂ ਆਪਣੇ ਪਾਸ ਇੱਕ ਗੋਲੀ ਧੀ ਬਣਾਈ। ਉਸ ਧੀ ਦਾ ਡੋਲਾ ਜਿਹੜਾ ਹੈ ਇਸ ਜਵਾਹਰ ਮਲ ਨੂੰ ਗੋਲੀਆਂ ਦੇ ਨਾਲ ਤੋੜਨਾ ਕੀਤਾ। ਜਵਾਹਰ ਦੌਲਤ ਬਹੁਤਈ, ਪਰ ਡੋਲਾ ਸੋ ਗਿਰਾਏ, ਤੇ ਆਂਦੇ ਉਹਨੇ ਡੋਲੇ ਦੇ ਨਾਲ ਧਨ ਦੌਲਤ ਵੀ ਬੜਾ ਨਜ਼ੀਬ ਖਾਨ ਨੇ ਦਿੱਤਾ ਹੈ, ਕਿਉਂਕਿ ਆਪਣੀ ਧੀ ਬਣਾ ਲਈ ਸੀ। ਚੌਪਈ ਬਹੁਤ ਖਰਚ ਉਹਨ ਗੋਲਨ ਗਇਓ, ਤੇ ਗੋਲਿਆਂ ਨੂੰ ਵੀ ਉਹਨੇ ਬੜਾ ਖਰਚ ਜਿਹੜਾ ਦਿੱਤਾ ਉਸ ਸਮੇਂ। ਆਇਓ ਸੋ ਖੁਸ਼ ਹੋਏ ਗਇਓ, ਤੇ ਉਹ
ਸਾਰਾ ਆਪਣੇ ਦਿਲ ਦੇ ਵਿੱਚ ਇਸ ਤਰ੍ਹਾਂ ਖੁਸ਼ੀ ਮਨਾਉਂਦਾ ਹੈ ਕਿ ਮੇਰੀ ਜਾਨ ਬਚ ਗਈ। ਨਜ਼ੀਬ ਖਾਨ ਰੋਹੇਲਾ ਲਾਗੇ ਜਿਨ ਉਨ ਦਈ ਵਧਾਈ, ਉਹਨੇ ਆਪਣੇ ਲਾਗੀਆਂ ਨੂੰ ਵੀ ਵਧਾਈਆਂ ਦਿੱਤੀਆਂ ਹਨ, ਆਪਨ ਭੀ ਕਰ ਕਰੀ ਵਧਾਈ। ਤੇ ਆਪਣੇ ਘਰ ਵੀ ਉਹਨੇ ਧੀ ਦਾ ਜਦੋਂ ਡੋਲਾ ਤੋਰਿਆ ਤੇ ਆਪਣੇ ਘਰ ਵੀ ਵਧਾਈਆਂ ਵਜਵਾਈਆਂ। ਵਜਵਾਏ ਸਤਿਆਨੋ ਛਲਕੈ ਛੋਰੀ, ਦੂਜੇ ਪਾਸੇ ਜਵਾਹਰ ਮਲ ਨੇ ਵੀ ਗੋਲੀਆਂ ਦੇ ਛਲਕੇ ਜਿਹੜੇ ਛੱਡੇ ਤੇ ਖੁਸ਼ੀ ਦੇ ਵਿੱਚ ਇਸ ਤਰ੍ਹਾਂ ਇਜ਼ਹਾਰ ਕੀਤਾ। ਵੱਡੀ ਤੋਪ ਸੋ ਘਰ ਕੋ ਮੋੜੀ, ਵੱਡੀਆਂ ਤੋਪਾਂ ਦੇ ਉਹਨੇ ਗੋਲੇ ਚਲਾਏ ਖੁਸ਼ੀ ਦੇ ਵਿੱਚ। ਦਏ ਨਿਸ਼ਾਨ ਕਟਵਾਏ ਪਛਾਏ, ਨਜ਼ੀਬ ਖਾਨ ਵਾਲ ਜਿਹੜੇ ਨਿਸ਼ਾਨ ਗੱਡੇ ਸਨ ਕਿ ਤੈਨੂੰ ਛੱਡਣਾ ਨਹੀਂ, ਉਹ ਨਿਸ਼ਾਨ ਪੁਟਾ ਕੇ ਆਪਣੀਆਂ ਫੌਜਾਂ ਜਵਾਹਰ ਮਲ ਨੇ ਪਿੱਛੇ ਮੋੜ ਲਈਆਂ। ਮਲਾ ਦੇ ਲਾਇਕੀ ਲਗਿਓ ਸਲਾਹ, ਤੇ ਇਹ ਮਲਾ ਰਾਓ ਦੀ ਉਹਨੂੰ ਸਲਾਹ ਜਿਹੜੀ ਸੀ ਚੰਗੀ ਲੱਗ ਗਈ ਸੀ। ਨਵਾਬ ਡੇਰੇ ਫਿਰ ਮਿਲਿਓ ਆਏ, ਤੇ ਨਵਾਬ ਦੇ ਡੇਰੇ ਆ ਕਰਕੇ ਫਿਰ ਜਵਾਹਰ ਮਲ ਉਹਨੂੰ ਨਜ਼ੀਬ ਖਾਨ ਰੋਹੇਲੇ ਨੂੰ ਮਿਲਦਾ ਹੈ। ਉਜਰ ਖਾਹੀ ਗਇਓ ਸਿਰੋਂ ਹਟਾਏ, ਉਹਨੇ ਸੋਚਿਆ ਕਿ ਹੁਣ ਮੇਰੇ ਸਿਰੋਂ ਮੌਤ ਦਾ ਜਿਹੜੀ ਬਲਾ ਹੈ ਨਾ ਉਹ ਟਲ ਗਈ। ਅੱਗੇ ਕਥਾ ਕਿਸ ਤਰ੍ਹਾਂ ਚੱਲਦੀ ਹੈ ਕੱਲ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕਰਾਂਗੇ ਜੀ। ਭੁੱਲਾਂ ਦੀ ਖਿਮਾ ਵਿਸਰ ਨਹੀਂ ਦਾਤਾਰ।